ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣੇ ਦੁਨਿਆਵੀ ਧੰਦਿਆਂ ਨੂੰ ਛੱਡ ਕੇ ਗੁਰੂ ਦਾ ਹਰ ਜਸ ਗੁਰੂ ਕਥਾ ਸੁਣ ਰਹੀ, ਗੁਰੂ ਸ਼ਬਦ ਦੇ ਨਾਲ ਵਿਚਾਰ ਸਾਂਝੀ ਕਰ ਰਹੀ ਗੁਰੂ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਿਨਾਂ ਭਾਗਾਂ ਤੋਂ ਸੰਗਤ ਨਹੀਂ ਮਿਲਦੀ ਅਤੇ ਨਾ ਹੀ ਬਿਨਾਂ ਭਾਗਾਂ ਤੋਂ ਗੁਰਦੁਆਰੇ ਆਇਆ ਜਾਂਦਾ, ਕਿਉਂਕਿ ਮਰਨ ਤੋਂ ਬਾਅਦ ਕਿਹੜਾ ਕਿਸੇ ਨੇ ਦੱਸਿਆ ਮੈਂ ਸਵਰਗ 'ਚ ਹਾਂ। ਇਹੀ ਸਵਰਗ ਜਿੱਥੇ ਆਪਾਂ ਬੈਠੇ ਹਾਂ, ਤਹਾਂ ਬਕੁੰਠ ਜਹਾਂ ਕੀਰਤਨ ਤੇਰਾ। ਸੋ ਗੁਰੂ ਪਿਆਰਿਓ, ਸਿਮਰਨ ਅਤੇ ਸੇਵਾ ਇਹ ਬੜੀ ਜ਼ਰੂਰੀ ਆ। ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਨੂੰ ਬੜੀ ਮਹਾਨਤਾ ਹੈ। ਇੱਥੇ ਕੋਈ ਪੁੱਤ ਭਤੀਜੇਵਾਦ ਦਾ ਸਾਂਝ ਨਹੀਂ ਗੀ। ਸਾਡੇ ਸਤਿਗੁਰਾਂ ਨੇ ਬੜੀ ਪਰਖ ਕਰਕੇ ਫਿਰ ਗੁਰਗੱਦੀ ਦਿੰਦੇ ਰਹੇ। ਆਪਾਂ ਇੱਦਾਂ ਕਹਿ ਲਈਏ ਕਿ ਸੇਵਾ ਕੀਤੀ ਅਤੇ ਗੱਦੀ ਲੈਣਾ ਲੈ ਗਿਆ, ਲਖਮੀ ਚੰਦ ਸ੍ਰੀ ਚੰਦ ਪਿੱਛੇ ਰਹਿ ਗਿਆ। ਸੋ ਗੁਰੂ ਪਿਆਰੋ, ਇਹ ਸਾਰਾ ਮਾਣ ਜਾਂਦਾ ਹੈ ਸੇਵਾ ਨੂੰ। ਚਾਹੇ ਕੋਈ ਜੋੜਿਆਂ ਦੀ ਸੇਵਾ ਕਰਦਾ ਹੈ, ਚਾਹੇ ਕੋਈ ਲੰਗਰ ਦੀ ਸੇਵਾ ਕਰਦਾ ਹੈ, ਚਾਹੇ ਕੋਈ ਕਥਾ ਦੀ ਕੀਰਤਨ ਦੀ, ਚਾਹੇ ਕੋਈ ਗ੍ਰੰਥੀ ਸਿੰਘ ਹੈ। ਗੁਰਬਾਣੀ ਦਾ ਫਰਮਾਨ ਹੈ, ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਵੇ। ਤੁਸੀਂ ਵੇਂਦੇ ਹੋਗੇ ਕਈ ਸਾਲ ਹੋ ਗਏ ਆ ਤੁਹਾਡੇ ਗੁਰਦੁਆਰੇ ਕੀ ਹਰ ਇੱਕ ਗੁਰਦੁਆਰੇ ਬਿਨਾਂ ਭਾਗਾਂ ਤੋਂ ਭਾਂਡਿਆਂ ਦੀ ਸੇਵਾ ਨਹੀਂ ਕੋਈ ਕਰ ਸਕਦਾ, ਬਿਨਾਂ ਭਾਗਾਂ ਤੋਂ ਕੋਈ ਜੋੜਿਆਂ ਦੀ ਸੇਵਾ ਨਹੀਂ ਕਰ ਸਕਦਾ। ਉਹ ਬਿਨਾਂ ਭਾਗਾਂ ਤੋਂ ਇੱਥੇ ਬੈਠਾ ਨਹੀਂ ਜਾਂਦਾ। ਗੁਰੂ ਪਿਆਰਿਓ, ਮਨ ਜਿਹੜਾ ਹੈ ਉਹ ਖਿੱਚ ਕੇ ਖੜਦਾ ਹੈ। ਜਿਹੜੇ ਦੂਜੇ ਕੰਮ ਹਨ ਉਹਨਾਂ ਨੂੰ ਭੱਜ ਕੇ ਪੈਂਦਾ ਹੈ, ਪਰ ਇਹ ਭਾਗਾਂ ਦੇ ਨਾਲ ਗੁਰੂ ਪਿਆਰਿਓ ਇੱਥੋਂ ਬੜਾ ਕੁਛ ਮਿਲਦਾ ਹੈ। ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਕਿੱਡਾ ਦਿਆਲ ਹੈ ਸਾਡਾ ਠਾਕਰ, ਔਰ ਗੁਰੂ ਦੇ ਸਿੱਖ ਵੀ ਕਿੰਨੇ ਦਿਆਲ ਹਨ। 7 ਸਮੁੰਦਰਾਂ ਤੋਂ ਪਾਰ ਜਿੱਥੇ ਵੀ ਗਏ ਆ, ਸਭ ਤੋਂ ਪਹਿਲਾਂ ਗੁਰੂ ਘਰ ਬਣਾਇਆ। ਆਪ ਨੂੰ ਪਤਾ, ਦਾਸ ਵੀ ਤਕਰੀਬਨ 1980 ਦਾ ਛੋਟੀ ਉਮਰੇ ਹੀ ਪਰਦੇਸੀ ਹੋ ਗਿਆ। ਵੇਖਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਦੀ ਕੋਈ ਚਰਚ ਲੈਣੀ, ਕਦੀ ਕੁਛ ਲੈਣਾ। ਸਾਡੇ ਸਿੱਖ ਵੀਰਾਂ ਨੇ ਉਹਦੀ ਸਫਾਈ ਕਰਨੀ, ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਲਿਆਉਣੇ, ਉੱਥੇ ਸਗਰਾਂਦ ਬਣਾਉਣੀ। ਸੋ ਫਿਰ ਇਹਨਾਂ ਨੇ ਮੇਰੇ ਖਿਆਲ 'ਚ ਯੂਰਪ 'ਚ 70-80% ਚਰਚਾਂ ਖਰੀਦ ਕੇ ਹੀ ਉੱਥੇ ਗੁਰਦੁਆਰੇ ਬਣਾਏ ਰਹੇ ਵਿਚਾਰ। ਸੋ ਬੜੀ ਮਿਹਨਤ ਹੈ। ਜਿਹਨੂੰ ਆਟੇ 'ਚੋਂ ਲੂਣ ਦੱਸਦੇ ਹਨ, ਉਹ ਕੌਮ 7 ਸਮੁੰਦਰਾਂ ਤੋਂ ਬਾਹਰ ਆ ਕੇ ਵੀ ਗੁਰੂ ਪਿਆਰੋ ਗੁਰੂ ਦੇ ਸਿਧਾਂਤ ਨੂੰ ਫਾਲੋ ਕੀਤਾ। ਕੋਈ ਅੰਬੈਸੀ ਹੋਵੇ, ਉਹਦਾ ਇੱਕ ਅੱਧਾ ਫਲੈਗ ਹੁੰਦਾ, ਔਰ ਗੁਰੂ ਨਾਨਕ ਦੀ ਕਿਰਪਾ ਨਾਲ ਗੁਰੂ ਦੇ ਸਿੱਖਾਂ ਦੇ, ਗੁਰੂ ਨਾਨਕ ਦੇ ਜਿਹੜੇ ਆ ਨਿਸ਼ਾਨ ਸਾਹਿਬ ਝੂਲ ਰਹੇ ਆ ਦੁਨੀਆ ਦੇ ਕੋਨੇ ਕੋਨੇ 'ਚ। ਆਪਣੇ ਇੱਥੇ ਸਾਲ ਲਾ ਲਓ 4-5 ਗੁਰਦੁਆਰੇ ਆ। ਕਿੰਨੀ ਕਿਰਪਾ ਵਾ ਗੁਰੂ ਪਿਆਰੋ। ਇਹ ਕਹੋ ਨਾਨਕ ਸਾਹਿਬ ਤੇਰੀ ਵਡਿਆਈ, ਕੋਈ ਨਾ ਉਹਨਾਂ ਜਾਣੇ ਮੇਰਾ ਰਹੇ ਵਿਚਾਰ। ਇਹ ਕੋਈ ਜ਼ਰੂਰੀ ਨਹੀਂ ਜਿਹੜਾ ਮੈਕ 'ਤੇ ਬੋਲੇ ਬੜਾ ਸਿਆਣਾ ਹੁੰਦਾ। ਸਰੋਤੇ ਬੜੇ ਸਿਆਣੇ ਹੁੰਦੇ ਆ, ਬੜੇ ਬੰਦਗੀ ਵਾਲੇ ਹੁੰਦੇ ਆ। ਗੁਰੂ ਪਿਆਰਿਓ, ਦੱਸ ਤੇ ਇੱਕ ਅਜੇ ਸਿੱਖ ਰਿਹਾ ਵਾ। ਦਾਸ ਬੇਨਤੀ ਕਰਦਾ ਕਿ ਡੈਮੋਕਰੇਸੀ ਦੇ ਵਿੱਚ ਸਭ ਤੋਂ ਵੱਡੀ ਚੀਜ਼, ਸਭ ਤੋਂ ਪਾਵਰਫੁਲ ਚੀਜ਼ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਸਭ ਤੋਂ ਵੱਡੀ ਪਾਵਰਫੁਲ ਚੀਜ਼ ਆ ਗੁਰੂ ਪਿਆਰਿਓ। ਔਰ ਇਸੇ ਹੀ ਚੀਜ਼ ਨੂੰ ਧਰਮਯੁੱਧ ਮੋਰਚੇ ਦੇ ਵਿੱਚ ਇੱਕ ਮੰਗ ਸੀ। ਸੰਤ ਮਹਾਂਪੁਰਸ਼ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਹੜੇ ਕਿ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸ ਚੁੱਕੇ ਆ, ਕਿ ਸਾਨੂੰ ਕੋਈ ਰੇਡੀਓ ਦੇ ਉੱਤੇ ਨਹੀਂ, ਹਕੂਮਤ ਨਹੀਂ ਮੰਨੀ। ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਉਹਨਾਂ ਦੀ ਮਰਜ਼ੀ ਹੈ ਗੌਰਮੈਂਟ ਦੀ। ਪਰ ਗੁਰੂ ਨੇ ਕਿਰਪਾ ਕੀਤੀ, 2009 ਦੇ ਵਿੱਚ ਸਿੱਖ ਚੈਨਲ ਗੁਰੂ ਪਿਆਰਿਓ ਹੋਂਦ ਦੇ ਵਿੱਚ ਆ ਗਿਆ। ਆਪਾਂ ਕਿੱਥੇ ਰੇਡੀਓ ਮੰਗਦੇ ਹਾਂ, ਆਪਾਂ ਨੂੰ ਮਾਲਕ ਨੇ ਚੈਨਲ ਦੇ ਦਿੱਤਾ। ਸਾਰੇ ਹੀ ਚੈਨਲ ਧੰਨਤਾ ਦੇ। ਜੇ ਕੋਈ ਇਨਸਾਨ ਆਖੇ ਮੈਂ ਚੰਗਾ ਦੇਦਾ, ਇਹ ਮਤਲਬ ਹੈ ਵੀ ਦੂਜੇ ਮਾੜੇ ਆ, ਤੂੰ ਹੀ ਚੰਗਾ ਰਹਿ ਗਿਆ। ਸਾਰੇ ਹੀ ਧੰਨਤਾ ਦੇ ਯੋਗ ਆ। ਜਿਹੜੀ ਅਖਬਾਰ ਪੰਜਾਬੀ ਉਹ ਵੀ ਧੰਨਤਾ ਦੇ ਯੋਗ ਆ, ਕਿਉਂਕਿ ਜੇ ਆਪਾਂ ਪੰਜਾਬੀ ਭੁੱਲ ਗਏ। ਹੁਣੇ ਦਾਸ ਇੱਥੇ ਇੰਟਰਵਿਊ ਕਰ ਰਿਹਾ ਸੀ, ਕੋਈ ਸਾਡੇ ਸਤਿਕਾਰਯੋਗ ਵੀਰ ਐਜੂਕੇਸ਼ਨ ਡਿਪਾਰਟਮੈਂਟ ਦੇ, ਇੱਥੇ ਬੜੀ ਉਹਨਾਂ ਸੇਵਾ ਕੀਤੀ ਗੁਰਦੁਆਰੇ। ਉਹ ਕਹਿੰਦੇ ਆ 50-60 ਹੀ, ਅਤੇ ਹੁਣ ਤਾਂ ਬਹੁਤ ਜ਼ਿਆਦਾ ਬੱਚੇ ਜਿਹੜੇ ਆ ਸਿੱਖ ਰਹੇ ਆ। ਜੇ ਆਪਾਂ ਪੰਜਾਬੀ ਨਾਲ ਪੜ੍ਹਾਵਾਂਗੇ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਬੜਾ ਦੂਰ ਦੀ ਗੱਲ ਹੈ। ਗੁਟਕਾ ਸਾਹਿਬਾਂ ਤੋਂ ਕੌਣ ਪਾਠ ਕਰੂਗਾ ਗੁਰੂ ਪਿਆਰਿਓ। ਇੱਕ ਬੜੀ ਸੋਚਣ ਵਾਲੀ ਗੱਲ ਆ।
ਗੁਰਦੁਆਰਿਆਂ 'ਤੇ ਕਿੰਨਾ ਪੈਸਾ ਲਾਇਆ ਆਪਾਂ ਆਪਣੇ ਫਿਊਚਰ ਵਾਸਤੇ, ਜੋ ਉਪਜਿਆ ਸੋ ਬਿਨਸੇ, ਗਾਂਹ ਦੀ ਗਾਂਹ ਦੁਨੀਆ ਤੁਰੀ ਜਾਂਦੀ ਆ। ਇੱਕ ਇਹ ਦਸਤੂਰ ਆ। ਆਪਾਂ ਬੱਚਿਆਂ ਦੇ ਜਦੋਂ ਵਿਆਹ ਸ਼ਾਦੀਆਂ ਕਰਦੇ ਹਾਂ, ਆਪਾਂ ਲਿਖਾ ਦਿੰਦੇ ਹਾਂ ਗ੍ਰੈਂਡ ਫਾਦਰ, ਗ੍ਰੈਂਡ ਮਦਰ। ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਕੀ ਅਸੀਂ ਸੋਚਿਆ ਕਿ ਗ੍ਰੈਂਡ ਫਾਦਰ ਦਾ ਵੀ ਕੋਈ ਗ੍ਰੈਂਡ ਫਾਦਰ ਸੀਗਾ, ਉਹਨਾਂ ਦਾ ਵੀ ਕੋਈ ਗ੍ਰੈਂਡ ਮਦਰ ਸੀ? ਨਹੀਂ, ਇਹ ਦਰਿਆ ਵਾ, ਇਹ ਵਗਦਾ ਜਾਂਦਾ। ਗੁਰੂ ਪਿਆਰੋ, ਜੇ ਅਸੀਂ ਉਹਨਾਂ ਨੂੰ ਭੁੱਲ ਗਏ ਹਾਂ, ਸਾਨੂੰ ਵੀ ਭੁੱਲਣਾ ਜ਼ਰੂਰ ਆ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ। ਇਹ ਦੁਨੀਆ ਦਾ ਤੂੰ ਦੁਨੀਆ ਆਉਂਦੀ ਆ, ਭੁੱਲਦੀ ਜਾਂਦੀ ਆ। ਸੋ ਗੁਰੂ ਪਿਆਰੋ, ਸਿੱਖ ਚੈਨਲ ਨੇ ਜੋ ਮੱਲਾਂ ਮਾਰੀਆਂ, 24 ਆਵਰ ਗੁਰਬਾਣੀ ਦਾ ਪ੍ਰਚਾਰ, ਕਥਾ ਕੀਰਤਨ ਤੋਂ ਬਿਨਾਂ ਹੋਰ ਕੁਛ ਨਹੀਂ। ਜਾਂ ਤੁਹਾਡੇ ਪ੍ਰੋਗਰਾਮ ਜਿੱਦਾਂ ਕੀਰਤਨ ਦਾ ਗੁਰੂ ਦੇ ਪਿਆਰਿਆਂ ਨੇ ਸ਼ਬਦ ਸਰਵਣ ਕਰਾ ਰਹੇ ਸੀ, ਅਸੀਂ ਕੈਮਰੇ 'ਚ ਬੰਦ ਕਰ ਰਿਹਾ, ਸਾਰੇ ਵਰਲਡ ਨੂੰ ਵਿਖਾਉਣਾ। ਇਹੀ ਸਾਡੀ ਡਿਊਟੀ ਆ ਕਿ ਸਿੱਖੀ ਕਿੱਦਾਂ ਵਧੇ, ਕਿੱਦਾਂ ਫੁੱਲੇ। ਮੈਂ ਤੁਹਾਨੂੰ ਹਕੀਕਤ, ਮੈਂ ਇੱਕ ਬੇਨਤੀ ਕਰਦਾ ਕਿ ਮੈਂ ਉਹੀ ਗੱਲਾਂ ਕਰਦਾ ਗੁਰੂ ਦੀ ਹਜ਼ੂਰੀ 'ਚ ਜਿਹੜੀਆਂ ਤੁਹਾਨੂੰ 20 ਵਾਰੀ ਸਿੱਖ ਚੈਨਲ 'ਤੇ ਦਿਖਾਉਣੀਆਂ, ਇੱਕ ਅੱਧੀ ਵਾਰੀ ਨਹੀਂ। ਮੈਂ ਕੋਈ ਵੀ ਉਹੋ ਜਿਹੀ ਗੱਲ ਨਹੀਂ ਕਰਦਾ ਜਿਹੜੀ ਤੁਹਾਨੂੰ ਸਿੱਖ ਚੈਨਲ 'ਤੇ ਨਾ ਦਿਖਾਲੀ ਹੋਵੇ। ਪਿਛਲੇ 9 ਸਾਲ ਤੋਂ ਹਰ ਹਫ਼ਤੇ ਫਲਾਈਟ ਹੁੰਦੀ, ਕਦੀ ਕਿਸੇ ਦੇਸ਼ 'ਚ, ਕਦੀ ਕਿਸੇ ਦੇਸ਼ 'ਚ, ਗੁਰੂ ਦੀ ਕਿਰਪਾ ਦੇ ਨਾਲ। ਅਤੇ ਜਿੰਨੀ ਕੁ ਮਾਤਰਾ ਉਨੀ ਕੀ ਗੱਲ ਕਰਦੀ ਹੈ, ਜੋ ਵੇਖਿਆ ਆਪਣਾ ਐਕਸਪੀਰੀਅੰਸ। ਸਿੱਖ ਚੈਨਲ ਤੋਂ ਪਹਿਲਾਂ ਜਦੋਂ ਕਿਸੇ ਭੈਣ ਭਰਾ ਦੇ ਘਰ ਜਾਣਾ, ਬੱਚੇ ਦਾ ਜਨਮ ਹੋਣਾ, ਅਤੇ ਸਾਡੀਆਂ ਭੈਣਾਂ ਨੇ ਆਖਣਾ ਨੱਚ ਕੇ ਵਿਖਾਲ ਪੁੱਤ, ਡਿਸਕੋ ਡਾਂਸ ਕਰਕੇ ਵਿਖਾਲ, ਤੇਰਾ ਮਾਮਾ ਆਇਆ, ਤੇਰਾ ਚਾਚਾ ਆਇਆ ਜੀ। ਹੁਣ ਜਦੋਂ ਦਾ ਸਿੱਖ ਚੈਨਲ ਚੱਲਿਆ, ਉਹੀ ਜਾਣੇ, ਉਹੀ ਭੈਣਾਂ, ਉਹੀ ਬੱਚੇ ਆ, ਹੁਣ ਕਹਿੰਦੀਆਂ ਤੇਰਾ ਮਾਮਾ ਆਇਆ, ਤੇਰਾ ਚਾਚਾ ਆਇਆ, ਮੂਲ ਮੰਤਰ ਦਾ ਪਾਠ ਸੁਣਾ, ਗੁਰਮੰਤਰ ਦਾ ਪਾਠ ਸੁਣਾ, ਜਪਜੀ ਸਾਹਿਬ ਦਾ ਪਾਠ ਸੁਣਾ, ਕੀਰਤਨ ਸੋਹਲੇ ਦਾ ਪਾਠ ਸੁਣਾ, ਚੌਪੀ ਸਾਹਿਬ ਦਾ ਪਾਠ ਸੁਣਾ। ਗੁਰੂ ਪਿਆਰਿਓ, ਜੈਸੀ ਸੰਗਤ ਵੈਸੀ ਰੰਗਤ। ਜਦੋਂ ਸਾਡੇ ਕੋਲ ਕੋਈ ਮੀਡੀਆ ਨਹੀਂ ਸੀ, ਬੱਚੇ ਸੁਣਦੇ ਨਹੀਂ ਸੀ, ਮਾਵਾਂ ਨੂੰ ਪਤਾ ਨਹੀਂ ਸੀ। ਸੋ ਗੁਰੂ ਪਿਆਰਿਓ, ਲੱਖਾਂ ਹੀ ਬੱਚਿਆਂ ਦੇ ਸਿਰਾਂ ਦੇ ਉੱਤੇ ਗੁਲਾਬ ਦੇ ਫੁੱਲਾਂ ਵਰਗੇ ਜੂੜੇ। ਜਦੋਂ ਦਾਸ ਇੰਟਰਵਿਊਆਂ ਕਰਦਾ, ਮਾਤਾਵਾਂ ਜਿਹੜੀਆਂ ਜੱਫੀ 'ਚ ਲੈ ਲੈਂਦੀਆਂ, ਪੁੱਛੀ ਦਾ ਇੰਟਰਵਿਊ ਕਰਨ ਲੱਗਿਆ, ਮਾਤਾ ਕੀ ਕਹਿਣਾ ਚਾਹੁੰਦੀਆਂ ਦੇ ਪੁੱਤ? ਮੈਂ ਆਪਣੇ ਘਰ ਦੀ ਗੱਲ ਦੱਸਦੀ ਹਾਂ। ਮੇਰਾ ਪੁੱਤ ਨੂੰ ਮੈਂ ਬੜਾ ਜ਼ੋਰ ਲਾਇਆ, ਅੰਮ੍ਰਿਤ ਛਕ ਲਾ, ਨਹੀਂ ਮੰਨਿਆ। ਮੇਰੀ ਨੂੰਹ ਨਾਲ ਲੜਦਾ ਰਹਿੰਦਾ ਸੀ, ਬੱਚੇ ਵੀ ਤੰਗ ਸੀ। ਪਤਾ ਨਹੀਂ ਸਿੱਖ ਚੱਲ ਜਦੋਂ ਕਿਹੜੀ ਕਥਾ ਜਾਂ ਕਿਹੜਾ ਸ਼ਬਦ ਦੇ ਮਨ 'ਚ ਵਸ ਗਿਆ, ਇਹ ਅੰਮ੍ਰਿਤਧਾਰੀ ਹੋ ਗਿਆ, ਘਰ ਸਵਰਗ ਬਣ ਗਿਆ। ਸੋ ਗੁਰੂ ਪਿਆਰੋ, ਇਹ ਚਮਤਕਾਰ ਨਹੀਂ ਤੇ ਹੋਰ ਕੀ ਆ। ਜਿੱਥੇ ਥਪਾਕ ਹੋਵੇ, ਨਸ਼ਾ ਨਾ ਹੋਵੇ, ਔਰ ਰੱਬ ਦਾ ਸਿਮਰਨ ਹੋਵੇ, ਆਏ ਗਏ ਨੂੰ ਚਾਹ ਪਾਣੀ ਪ੍ਰਸ਼ਾਦਾ ਛਕਾਇਆ ਜਾਵੇ, ਤੇ ਗੁਰੂ ਪਿਆਰਿਓ, ਇਹੀ ਬਕੁੰਠਿਆ। ਇਹ ਮੱਤ ਸੋਚੀਏ ਕਿ ਵੱਡੇ ਵੱਡੇ ਜਿਹੜੇ ਲੋਕ ਆ, ਕਿਸੇ ਵੇਲੇ ਆਪਾਂ ਇਹ ਸੋਚਦੇ ਹਾਂ ਵੀ ਇਹਦੇ ਕੋਲ ਬੜਾ ਪੈਸਾ। ਹਕੀਕਤ ਆ, ਬੜੇ ਬੜੇ ਜੋ ਦਿਸੇ ਲੋਕ, ਸਭ ਕੋ ਵਿਆਪੇ ਚਿੰਤਾ ਰੋ, ਕੌਣ ਵੱਡਾ ਮਾਇਆ ਵਡਿਆਈ, ਉਹ ਵੱਡਾ ਜਿਨ ਹਰ ਲਾਈ। ਗੁਰੂ ਪਿਆਰਿਓ, ਅਮੀਰ ਉਹੀ ਆ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ। ਸੋ ਆਪ ਨੂੰ ਪਤਾ ਕਿ ਕਿੰਨੀ ਈਰਖਾ ਦੀ ਅੱਗ ਲੱਗੀ ਆ, ਘਰ ਘਰ ਅੱਗ ਲੱਗੀ ਆ। ਭਰਾ ਭਰਾ ਨੂੰ ਵੇਖ ਕੇ ਕੁਛ ਨਹੀਂ, ਪੁੱਤ ਪਿਓ ਨੂੰ ਵੇਖ ਕੇ ਕੁਛ ਨਹੀਂ। ਨਿੱਕੀ ਨਿੱਕੀ ਗੱਲ ਤੋਂ ਤਕਰਾਰ ਹੋ ਕੇ ਵਾਈਫ ਦੇ ਨਾਲ ਡਾਈਵੋਰਸ ਹੋ ਜਾਂਦੇ ਆ। ਬੜੀ ਗਿਣਤੀ ਵੱਧ ਰਹੀ ਆ ਡਾਈਵੋਰਸ ਦੀ। ਗੁਰੂ ਪਿਆਰਿਓ, ਸਹਿਨਸ਼ੀਲਤਾ ਹੈ ਨਹੀਂ, ਜਰਨ ਸ਼ਕਤੀ ਹੈ ਨਹੀਂ। ਇਹ ਜ਼ਿਆਦਾ ਡਿਪੈਂਡ ਮਾਪਿਆਂ 'ਤੇ ਕਰਦਾ। ਪਿੱਛੇ ਸੁਣਦੇ ਹੁੰਦੇ ਹਾਂ ਬਜ਼ੁਰਗ, ਅਸੀਂ ਪਿੰਡਾਂ 'ਚੋਂ ਆਏ ਹਾਂ, ਜੇ ਕੋਈ ਧੀ ਭੈਣ ਰੁੱਸ ਕੇ ਆ ਜਾਣੀ, ਤੇ ਮਾਪਿਆਂ ਨੇ ਕਹਿਣਾ ਰਾਜੀ ਖੁਸ਼ੀ ਆ, 7 ਵਾਰੀ ਜੇ ਰੁੱਸ ਕੇ ਆਈ ਤੇ ਮੁੜ ਕੇ ਮੇਰੇ ਘਰ ਨਾ ਵੜੀ, ਮੇਰੇ ਘਰ ਦੇ ਤੇਰੇ ਲਈ ਦਰਵਾਜ਼ੇ ਬੰਦ ਆ। ਕੁੜੀ ਨੂੰ ਮੱਤ ਆ ਜਾਂਦੀ ਸੀ ਕਿ ਮੇਰਾ ਮਾਪੇ ਮੇਰੀ ਸਪੋਰਟ ਨਹੀਂ ਕਰਦੇ। ਸੋ ਗੁਰੂ ਪਿਆਰੋ, ਜੇ ਮਾਪੇ ਹੀ ਗਲਤ ਰਾਹ ਪਾਉਣਗੇ, ਕੁੜੀ ਦੀ ਸਪੋਰਟ ਕਰਨਗੇ ਗਲਤ ਕੰਮ ਤੋਂ, ਤੇ ਫਿਰ ਕੁੜੀ ਦਾ ਆਪੇ ਹੌਸਲਾ ਵਧਣਾ। ਸਹਿਨਸ਼ੀਲਤਾ ਬੜੀ ਜ਼ਰੂਰੀ ਆ, ਔਰ ਉੱਥੇ ਨਾਮ ਸਿਮਰਨਾ ਬੜਾ ਜ਼ਰੂਰੀ ਆ। ਈਰਖਾ ਦੀ ਅੱਗ ਇੰਨੀ ਜ਼ਿਆਦਾ ਹੋ ਗਈ ਆ ਗੁਰੂ ਪਿਆਰਿਓ, ਗੁਰਦੁਆਰੇ ਨੂੰ ਅੱਗਾਂ, ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ। ਤੁਸੀਂ ਵੇਖਦੇ ਨਹੀਂ ਬਰਗਾੜੀ ਮੋਰਚਾ ਲੱਗਾ, ਕਦ ਨਹੀਂ ਲੱਗਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੰਘ ਸ਼ਹੀਦ ਹੋ ਗਏ। ਅਕਾਲ ਤਖਤ ਸਾਹਿਬ ਦੇ ਕਦਾਂ ਅੱਗਾਂ ਲੱਗੀਆਂ, ਤੁਹਾਂ ਵੇਖਿਆ ਨਹੀਂ? 84 ਦੀ ਗੱਲ ਆ, ਅਜੇ ਕਿਹੜੀਆਂ ਲੱਗਾ ਲੱਗਣੋਂ ਹਟ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹਟਣ। ਸੋ ਬੜੇ ਬੜੇ ਸਿਆਣਿਆਂ ਦੀ ਸਲਾਹ ਲਈ ਕਿ ਕੀ ਕੀਤਾ ਜਾਵੇ। ਨਿਚੋੜ ਇਹ ਨਿਕਲਿਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਕਿ 100 ਹੱਥ ਰੱਸਾ ਸਿਰੇ ਨੂੰ ਗੰਢ, ਗੱਡੀ ਲੀਹ ਤੋਂ ਲੱਥ ਗਈ ਆ। ਜਦੋਂ ਟ੍ਰੇਨ ਜਾਂ ਗੱਡੀ ਲੀਹ ਤੋਂ ਲੱਥ ਜਾਵੇ, ਪੱਕੀ ਸੜਕ ਤੋਂ ਕੱਚੇ ਥਾਂ ਪੈ ਜਾਏ, ਤਾਂ ਐਕਸੀਡੈਂਟ ਹੋਣਾ ਲਾਜ਼ਮੀ ਆ। ਇਹੀ ਕਾਰਨ ਆ ਕਿ ਅਸੀਂ ਗੁਰੂ ਦੇ ਸ਼ਬਦ ਨਾਲ ਟੁੱਟ ਗਏ ਹਾਂ। ਕੰਮ ਵੀ ਜ਼ਰੂਰੀ ਆ। ਗੁਰੂ ਨਾਨਕ ਨੇ ਕਿਹਾ ਕਿਰਤ ਕਰੋ, ਨਾਲ ਉਹਨਾਂ ਕਿਹਾ ਨਾਮ ਜਪੋ, ਫਿਰ ਕਿਆ ਵੰਡ ਛਕੋ। ਗੁਰੂ ਪਿਆਰਿਓ,
ਅਸੀਂ ਕਿਰਤ ਜੀ ਕੱਲੀ 'ਚ ਲਾ ਕੇ ਆਪਣੇ ਬੱਚੇ ਵੀ ਜਿਹੜੇ ਆ ਉਹਨਾਂ ਨੂੰ ਵੀ ਭੁੱਲ ਗਏ, ਕਦੀ ਪੁੱਛਿਆ ਨਹੀਂ। ਬਹੁਤੇ ਮਾਪਿਆਂ ਨੇ ਬੱਚਿਆਂ ਨੂੰ ਸਵੇਰ ਤੋਂ ਕੰਮ ਤੇ ਜਾਂਦੇ, ਸ਼ਾਮ ਨੂੰ ਆ ਜਾਂਦੇ, ਆਣ ਕੇ ਰੋਟੀ ਪਾਣੀ ਖਾ ਕੇ ਸੌਂ ਕੇ ਚੱਲ ਜਾਂਦੇ, ਬੱਚਿਆਂ ਨਾਲ ਲਾਡ ਨਹੀਂ ਲਡਾਏ, ਬੱਚਿਆਂ ਨੂੰ ਪੁੱਛਿਆ ਨਹੀਂ ਤੂੰ ਕੀ ਪੜ੍ਹਿਆ ਪੁੱਤ, ਤੇਰੀ ਕੀ ਡਿਮਾਂਡ ਆ। ਫਿਰ ਬੱਚੇ ਜਿਹੜੇ ਉਹ ਬਾਗੀ ਹੋ ਜਾਂਦੇ। ਫਿਰ ਅਸੀਂ ਕਿੰਨੇ ਇੱਦਾਂ ਹੋ ਗਿਆ। ਸੋ ਟਾਈਮ ਦੇਣਾ ਚਾਹੀਦਾ। ਸੋ ਇਹ ਸਲਾਹ ਕੀਤੀ ਕਿ ਗੁਰੂ ਦੇ ਸ਼ਬਦ ਨਾਲ ਜੋੜਿਆ ਜਾਵੇ। 2009 ਦੇ ਵਿੱਚ ਜਦੋਂ ਸਿੱਖ ਚੈਨਲ 'ਤੇ ਗੁਰੂ ਗ੍ਰੰਥ ਸਾਹਿਬ ਆਏ, ਮਹਾਰਾਜ ਅਰਦਾਸ ਕੀਤੀ ਅਤੇ ਸਿੱਖ ਚੈਨਲ ਚਲਾਇਆ ਗੁਰੂ ਪਿਆਰ। ਉੱਥੇ ਹੀ ਜਗ੍ਹਾ ਤੋਂ ਐਸੇ 29 ਸਤੰਬਰ ਨੂੰ, ਥੋੜ੍ਹੇ ਦਿਨ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਪਿਆਰੋ ਅਰਦਾਸ ਕਰਕੇ ਫੁੱਲਾਂ ਦੀ ਵਰਖਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹਾਂ ਦੇ ਸਰੂਪ ਹਨ, ਆਪ ਬੈਠੇ ਹਨ ਗੁਰੂ ਪਿਆਰਿਓ। ਅੱਖ ਵੇਖਣ ਵਾਲੀ ਹੈ, ਕਿਸੇ ਨੇ ਕਿਸ ਤਰ੍ਹਾਂ ਵੇਖਣਾ ਹੈ। ਮੱਥਾ ਲੱਗਾ, ਮੱਥਾ ਟੇਕਦੇ ਹਾਂ ਆਪਾਂ, ਮੱਥਾ ਵੀ ਦੋ ਤਰ੍ਹਾਂ ਦਾ ਹੈ ਗੁਰੂ ਪਿਆਰਿਓ। ਇੱਕ ਕਿਊ ਲੱਗਾ ਹੈ, ਅਗਲਾ ਵੇਂਦਾ ਜੇ ਮੈਂ ਪੈਸਾ ਨਾ ਚੜਾਇਆ ਤਾਂ ਮੇਰੇ ਲਾਗੇ ਬੈਠੇ ਕੀ ਕਹਿਣਗੇ, ਮੱਥਾ ਟੇਕਿਆ। ਇੱਕ ਹੈ ਇਨਸਾਨ ਮੱਥਾ ਟੇਕਦਾ ਵੇਂਦਾ ਗਾਰੀ 10 ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹਾਂ ਦਾ ਸਰੂਪ ਹੈ, ਅੱਖ 'ਚ ਅੱਖ ਪਾ ਕੇ ਮੱਥਾ ਟੇਕਦਾ ਹੈ ਗੁਰੂ ਪਿਆਰਿਓ, ਭਾਵਨਾ ਮੱਥਾ ਟੇਕਦਾ ਹੈ। ਸੋ ਰਹੇ ਵਿਚਾਰ ਗੁਰੂ ਪਿਆਰਿਓ। ਸਹਿਜ ਪਾਠ ਪ੍ਰਾਰੰਭ ਕੀਤਾ, ਉਹਦਾ ਮਤਲਬ ਹੈ ਕਿ ਗੁਰੂ ਪਿਆਰਿਓ ਕਿ ਬਾਣੀ ਨਾਲ ਜੁੜਨਾ ਵੱਧ ਤੋਂ ਵੱਧ। ਬਹੁਤਾ ਜਿਹੜੇ ਬੱਚਿਆਂ ਨੂੰ ਛੋਟੇ ਹੁੰਦਿਆਂ ਗੱਲ ਦੱਸੀ ਜਾਵੇ ਉਹ ਸਾਰੀ ਉਮਰ ਨਹੀਂ ਭੁੱਲਦੀ। ਤੁਸੀਂ ਵੀ ਤਾਂ ਬੱਚੇ ਰਹੇ, ਆਪਾਂ ਵੀ ਕਿਤੇ ਨਾ ਕਿਤੇ ਮਾਪਿਆਂ ਦੀ ਬੜੀ ਵੱਡੀ ਮਿਸਟੇਕ ਆ। ਅਸੀਂ, ਮੇਰੇ ਵੀ ਮਾਪੇ ਤੁਹਾਡੇ ਨਾਲ ਹੀ ਆ, ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਪਾਠ ਅਸੀਂ ਵੀ ਕਰ ਸਕਦੇ। ਅਸੀਂ ਸੋਚਿਆ ਕਿ ਗੁਰਦੁਆਰੇ ਜਿਹੜੇ ਬਾਬੇ ਆ ਉਹਨਾਂ ਦਾ ਹੀ ਕੰਮ ਹੈ ਪਾਠ ਕਰਨਾ। ਹਕੀਕਤ ਆ, ਜੇ ਗੁਰੂ ਗ੍ਰੰਥ ਸਾਹਿਬ, ਸ੍ਰੀ ਅਖੰਡ ਪਾਠ ਸਾਹਿਬ ਬਾਬਾ ਜੀ ਉਹਨਾਂ ਦਾ ਕੰਮ ਹੈ, ਘੱਟੋ ਘੱਟ ਸਹਿਜ ਪਾਠ ਕਰਨਾ ਤੇ ਆਪਣਾ ਕੰਮ ਹੈ ਨਾ। ਸਹਿਜ ਪਾਠ ਤੇ ਆਪਾਂ ਰੱਖ ਸਕਦੇ ਹਾਂ। ਔਰ ਹਕੀਕਤ ਮੈਂ ਕਹਿੰਦਾ ਗੁਰੂ ਦੀ ਹਜ਼ੂਰੀ 'ਚ ਜਿੰਨਾ ਜਿੰਨਾ ਸਹਿਜ ਪਾਠ ਕੀਤੇ ਹੋਣਗੇ ਆਪੋ ਆਪਣੇ ਘਰ ਹੀ। ਗੁਰੂ ਪਿਆਰਿਓ ਉਹਨਾਂ ਨੂੰ ਐਡਾ ਇੱਕ ਕਿਰਪਾ ਦੇ ਨਾਲ ਉਹ ਜਿੱਦਾਂ ਨਸ਼ਾ ਹੋ ਜਾਂਦਾ, ਚਾਹ ਦੇ ਤੋਂ ਬਿਨਾਂ ਨਹੀਂ ਬੰਦਾ, ਅਮਲੀ ਅਮਲ ਤੋਂ ਬਿਨਾਂ ਰਹਿੰਦਾ, ਉਹਨਾਂ ਨੂੰ ਅਮਲ ਹੋ ਜਾਂਦਾ, ਮੁੜ ਕੇ ਉਹ ਸਹਿਜ ਪਾਠ ਹੀ ਕਰਦੇ ਰਹਿੰਦੇ ਆ। ਕਿਉਂਕਿ ਨਾਲ ਹੀ ਸਵਾਲ ਨਾਲ ਹੀ ਜਵਾਬ, ਇੰਨਾ ਆਨੰਦ ਆਉਂਦਾ। ਕਿਹੜਾ ਆਨੰਦ ਜਿਹੜਾ ਆਪਾਂ ਰੋਜ਼ ਪੜ੍ਹਦੇ ਹਾਂ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰੂ ਪਿਆਰਿਓ ਕਰਕੇ ਤੇ ਵੇਖ ਲਓ। ਸੋ ਇਹ ਸਹਿਜ ਪਾਠ ਸੰਥਿਆ ਰੂਪ ਕੀਤਾ। ਇਹਦੇ ਵਿੱਚ ਇਹ ਨਹੀਂ ਕਹਾ ਕਿ 60 ਅੰਗ ਪੜ੍ਹਨੇ ਆ, ਜਿੱਦਾਂ ਆਮ ਇੱਕ ਗ੍ਰੰਥੀ 60 ਅੰਗ ਪੜ੍ਹੇ ਕਹਿ ਦਿੰਦੇ ਆ। ਜਦੋਂ 5 ਖੰਡ ਪਾਠੀ, ਹੁਣ ਤੂੰ ਵੀ 30 ਪੜ੍ਹੇ ਆ, ਕਿੱਦਾਂ ਖੰਡ ਪਾਠ ਦਾ ਭੋਗ ਪਊ, ਉਹ ਗੱਲ ਨਹੀਂ। ਏਕਤਾ ਸਾਹਿਬ ਪਾਠ ਚਾਹੇ 1 ਅੰਗ ਪੜ੍ਹੋ ਚਾਹੇ 2 ਪੜ੍ਹੋ। ਅੱਜ ਏਕਤਾ ਸਹਿਜ ਪਾਠ 29 ਸਤੰਬਰ ਦਾ ਚੱਲਿਆ, ਅੱਜ 159 ਅੰਗ ਤੇ ਆ, 159 ਤੇ ਗੁਰੂ ਪਿਆਰਿਓ। ਇੰਗਲੈਂਡ ਦੇ ਗੁਰਦੁਆਰਿਆਂ ਦੇ ਵਿੱਚ ਗਏ, ਫਿਰ ਸਕਾਟਲੈਂਡ ਗਏ, ਇਟਲੀ ਗਏ, ਹਾਲੈਂਡ, ਬੈਲਜੀਅਮ। ਕੱਲ੍ਹ ਸਾਡੀ ਟੀਮ ਇੱਕ ਇਟਲੀ ਦੇ ਕਰਮੋਨੇ ਸ਼ਹਿਰ ਤੋਂ ਸਹਿਜ ਪਾਠ ਕਰ ਰਹੀ ਸੀ, ਅਤੇ ਉਹ ਦੂਜੀ ਜਾ ਕੇ ਉਸੇ ਵੇਲੇ ਰੋਟਰਡੈਮ ਦੇ ਗੁਰਦੁਆਰੇ ਸਹਿਜ ਪਾਠ ਕਰ ਰਹੀ ਸੀ। ਮਿੰਟੋ ਮਿੰਟੀ ਜਿਹੜਾ ਵਾ ਸਹਿਜ ਪਾਠ ਦਾ ਜਿਹੜਾ ਵਟਸਐਪ 'ਤੇ ਅਸੀਂ ਭੇਜ ਦਿੰਦੇ ਹਾਂ। ਸਾਨੂੰ ਇੱਥੇ ਆ ਗਿਆ, ਇੱਥੇ ਵੀ ਅਸੀਂ ਸਹਿਜ ਪਾਠ ਅੱਜ ਕਰਨਾ ਸੀ ਇਸ ਗੁਰਦੁਆਰੇ ਗੁਰੂ ਪਿਆਰਿਓ। ਅਸੀਂ ਮਾਫੀ ਮੰਗਦੇ ਲੇਟ ਹੋ ਗਏ, ਕਿਉਂਕਿ ਕੱਲ੍ਹ ਅਸੀਂ ਸੈਨ ਹੋਜੇ ਤੋਂ ਚੱਲੇ ਹਾਂ ਦਿਨ ਦੇ 12 ਵਜੇ, ਅਤੇ ਜਿੱਥੇ ਜੰਗਲਾਂ ਨੂੰ ਅੱਗ ਲੱਗੀ ਆ ਉੱਥੇ ਅਸੀਂ ਸਾਰੀ ਰਾਤ 2-3 ਵਜੇ ਤਾਈਂ ਘੁੰਮਦੇ ਰਹੇ, ਡਾਕੂਮੈਂਟਰੀ ਬਣਾਉਂਦੇ ਰਹੇ, ਅਤੇ ਅਸੀਂ 1 ਘੰਟਾ ਸੁੱਤੇ। ਅਤੇ ਜਿਹੜਾ ਵੇਲੇ ਸਿਰ ਸੌਂ ਨਾ ਉਹਨੇ ਉੱਠਣਾ ਕਿਹੜੇ ਵੇਲੇ ਸਿਰ ਆ ਗੁਰੂ ਪਿਆਰਿਓ। ਇਹੀ ਕਾਰਨ ਹੈ ਕਿ ਅਸੀਂ ਅੱਜ ਲੇਟ ਹੋ ਗਏ। ਅਸੀਂ ਸੰਗਤ ਕੋਲੋਂ ਮਾਫੀ ਮੰਗਦੇ। ਇੱਥੇ ਸਹਿਜ ਪਾਠ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਸੀ, ਚਾਹੇ 2 ਅੰਗ ਹੋਣ। ਬਾਬਾ ਜੀ ਅੱਗੇ ਬੋਲਦੇ ਆ, ਪਿੱਛੇ ਸੰਗਤ ਬੋਲਦੀ ਆ, ਅਤੇ ਗੁਰੂ ਪਿਆਰਿਓ ਇਹ ਇੱਕ ਹਿਸਟਰੀ ਬਣਦੀ ਆ। ਇਹਨੂੰ 5 ਦਿਨ ਫਿਰ ਅਸੀਂ ਜਿਹੜਾ ਰਿਕਾਰਡ ਕਰਕੇ ਵਿਖਾਦੇ ਹਾਂ, ਸੋਮਵਾਰ ਤੋਂ ਸ਼ੁੱਕਰਵਾਰ ਤਾਈਂ। ਅਤੇ ਅੱਗੋਂ ਪਿੱਛੋਂ ਇੱਕ ਜਿੱਦਾਂ ਆਪਣੀ ਸਿੱਖਾਂ ਦੀ ਹਿਸਟਰੀ ਬਣੀ ਸਾਰੀ ਉਮਰ ਵਾਸਤੇ। ਇਹ ਗੁਰੂ ਪਿਆਰਿਓ ਆਪਾਂ YouTube 'ਤੇ ਜਾ ਕੇ, ਫੇਸਬੁੱਕ 'ਤੇ ਜਾ ਕੇ ਜਦੋਂ ਮਰਜ਼ੀ ਆਪਣਾ ਖੋਲ੍ਹ ਕੇ ਆਪਾਂ 25 ਮਿੰਟ ਕਰ ਸਕਦੇ ਹਾਂ। ਇਹ ਕੋਈ ਬਹਾਨਾ ਨਾ ਕਰੇ ਕਿ ਮੈਂ ਸੋਮਵਾਰ ਕੰਮ 'ਤੇ ਹਾਂ, ਮੈਂ ਮੰਗਲਵਾਰ ਕੰਮ 'ਤੇ ਹਾਂ। ਕੰਮ 'ਤੇ ਕਿਹੜਾ ਆਪਾਂ 24 ਘੰਟੇ ਨੇ, ਜਦੋਂ ਮਰਜ਼ੀ ਆਓ। ਇੱਕ ਇਹੋ ਜਿਹੀ ਚੀਜ਼ ਬਣਾਈ ਸਿੱਖ ਚੈਨਲ ਨੇ, ਆਣ ਕੇ ਘਰ 25 ਮਿੰਟ ਆਪਣੇ ਬੱਚਿਆਂ ਨਾਲ ਬੈਠ ਕੇ ਪਾਠ ਕਰ ਸਕਦੇ ਜੇ ਗੁਰੂ ਪਿਆਰਿਓ। ਇਹ ਇੱਕ ਬੜਾ ਵੱਡਾ ਉਪਰਾਲਾ ਹੈ ਸਿੱਖ ਚੈਨਲ ਦਾ। ਦਰਅਸਲ 'ਚ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਸੰਗਤਾਂ ਨੂੰ ਜਾਂਦਾ ਹੈ, ਕਿਉਂਕਿ ਸੰਗਤਾਂ ਸਿੱਖ ਚੈਨਲ ਨੂੰ ਲਾਈਕ ਕਰਦੀਆਂ ਹਨ। ਯੂਬਾ ਸਿਟੀ ਦੇ ਤੁਹਾਂ ਵੇਖਿਆ ਨਗਰ ਕੀਰਤਨ ਕਿੰਨੀ ਸੰਗਤ ਸੀ। ਉਹ ਅਸੀਂ 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਜਦੋਂ ਤੱਕ ਨਗਰ ਕੀਰਤਨ ਗੁਰੂ ਪਿਆਰਿਓ ਸਾਰਾ ਹੀ ਅਸੀਂ ਜਿੰਨੇ ਜੋਗੇ ਸਾਂ ਲਾਈਵ ਖਾ ਲਿਆ। ਹੁਣ ਵੀ ਅਸੀਂ ਪ੍ਰੋਗਰਾਮ ਜਿੱਥੇ ਜਿੱਥੇ ਆ, ਸਨ ਹੋ ਜੇ, ਯੂਬਾ ਸਿਟੀ, ਇੱਥੇ ਤੁਹਾਡੇ ਸ਼ਹਿਰ ਆਏ ਆ, ਫਿਰ ਅਸੀਂ ਨਿਊਯਾਰਕ ਵੀ ਜਾਣਾ ਵਾ। ਸੋ ਤੁਸੀਂ ਕਮੇਟੀ ਦੇ ਬੜੇ ਪਤਵੰਤੇ ਸੱਜਣੇ, ਮੈਂ ਉਹਨਾਂ ਦਾ ਥੈਂਕ ਯੂ ਕਰਦਾ। ਅਸੀਂ ਟਾਈਮ ਤੋਂ ਉੱਕ ਗਏ, ਫਿਰ ਵੀ ਸਾਨੂੰ ਟਾਈਮ ਦੇ ਦਿੱਤਾ, ਅਤੇ ਅਸੀਂ ਵੀ ਅੱਗੇ ਤੋਂ ਥੋੜ੍ਹਾ ਜਿਹਾ ਖਿਆਲ ਰੱਖਾਂਗੇ, ਟਾਈਮ ਨਾਲ ਪਹੁੰਚਾਂਗੇ। ਪਰ ਜੋ ਇਨਸਾਨ ਗਲਤੀ ਕਰਦਾ ਹੈ ਉਹਦੀ ਮਾਫੀ ਮੰਗਣੀ ਜਿਹੜੀ ਆ ਜ਼ਰੂਰੀ ਆ। ਸੋ
ਗੁਰੂ ਪਿਆਰਿਓ ਤੁਸੀਂ ਵਿਚਾਰ ਕਰ ਲਿਓ ਕਿ ਅਸੀਂ ਸ਼ੁੱਕਰਵਾਰ ਤੱਕ ਇੱਥੇ ਆ, ਫਿਰ ਨਿਊਯਾਰਕ ਜਾਣਾ। ਜੇ ਤੁਹਾਡੀ ਕਮੇਟੀ ਦੇ ਕੋਲ ਸਕੇਜੂਲ ਖਾਲੀ ਆ ਕਿਸੇ ਦਿਨ ਦਾ, ਤੇ ਸ਼ਾਮ ਨੂੰ ਨਾਲੇ ਇੱਥੋਂ ਰਹਿਰਾਸ ਸਾਹਿਬ ਰਿਕਾਰਡ ਕਰ ਲਾਂਗੇ, ਤੇ ਨਾਲੇ ਆਪਾਂ ਸਹਿਜ ਪਾਠ ਦਾ ਇੱਕ ਐਪੀਸੋਡ ਕਰ ਲਾਂਗੇ। ਉੱਦਾਂ ਅਸੀਂ 5-5 ਐਪੀਸੋਡ ਬਣਾਉਂਦੇ ਆ। 25 ਮਿੰਟ ਦਾ ਐਪੀਸੋਡ ਬਣਾ ਕੇ ਗ੍ਰੰਥੀ ਸਿੰਘ ਫਤਿਹ ਬੁਲਾ ਦਿੰਦਾ, ਫਿਰ ਦੂਜਾ ਐਪੀਸੋਡ ਅਸੀਂ ਤਿਆਰ ਕਰ ਲੈਂਦੇ ਹਾਂ ਗੁਰੂ ਪਿਆਰਿਓ। ਸੋ ਇਹ ਸਿੱਖ ਚੈਨਲ ਦੀਆਂ ਮੱਲਾਂ ਨੇਪਾਲ ਦੇ ਵਿੱਚ ਗੁਰੂ ਪਿਆਰਿਓ ਇੱਕ ਕਮਾਲ ਕਰ ਦਿੱਤੀ ਸੰਗਤਾਂ ਨੇ। ਜੇ ਮੈਂ ਆਖਾਂ ਸਿੱਖ ਚੈਨਲ ਨੇ, ਮੇਰੇ ਮੂੰਹ ਫੱਬਦਾ ਨਹੀਂ, ਕਿਉਂਕਿ ਤੁਸੀਂ ਮਾਇਆ ਦਿੰਦੇ ਜੇ। ਦਾਸ ਉੱਥੇ ਗਿਆ, ਇਹ ਨੌਜਵਾਨ ਨੇ ਮੈਨੂੰ ਭੇਜਿਆ। ਮੈਂ ਇੱਥੇ ਵੀ ਇਹ ਵੀ ਦੱਸਦਾ ਇੱਕ ਅੱਧੇ ਲਫ਼ਜ਼ਾਂ 'ਚ ਵੀ ਆਪਾਂ ਇਹਨਾਂ ਦੇਸ਼ਾਂ 'ਚ ਕਿੰਨੇ ਆ। ਮੈਂ ਸੁਣਦਾ ਹੁੰਦਾ ਸਿੱਖ ਚੈਨਲ ਤੋਂ ਪਹਿਲਾਂ, ਜਦਾਂ ਸਿੰਘ ਸਾਹਿਬ ਬੈਠਿਆ ਸਟੇਜ 'ਤੇ, ਕਿ ਕਿਹੜਾ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ, ਅਮਰੀਕਾ, ਕੈਨੇਡਾ ਜਾਂ ਯੂਰਪ ਜਾਂ ਇੰਗਲੈਂਡ ਆ, ਕਿਹੜਾ ਕੋਈ ਆਪਾਂ ਕਥਾਵਾਚਕ ਜਾਂ ਗ੍ਰੰਥੀ ਜਾਂ ਕੀਰਤਨੀਆਂ ਜਾਂ ਢਾਡੀ ਬਣਾ ਲਿਆ। ਪਰ ਆਪਾਂ ਨੂੰ ਮਾਣ ਆ ਤੁਹਾਨੂੰ ਸਾਰਿਆਂ ਨੂੰ ਕਿ ਆਪਣੇ ਵਿੱਚ ਅੱਜ ਉਹ ਇੱਕ ਨੌਜਵਾਨ ਬੈਠਾ ਜਿਹੜਾ ਇੰਗਲੈਂਡ ਦੀ ਧਰਤੀ 'ਤੇ ਪੈਦਾ ਹੋਇਆ, ਔਰ ਉੱਥੇ ਇਹਨੂੰ ਪੰਜਾਬੀ ਨਹੀਂ ਸੀ ਆਉਂਦੀ। ਔਰ ਮਾਪੇ ਜਿਹੜੇ ਸੀਗੇ ਗੁਰੂ ਦੇ ਨਾਲ ਜੁੜੇ, ਉਹਨਾਂ ਕਿਹਾ ਪੁੱਤ ਅਸੀਂ ਤੇਰੀ ਤਦ ਤੈਨੂੰ ਮੰਨਾਂਗੇ ਜੇ ਸਿੱਖੀ ਲਈ ਕਰੇਗਾ। ਵਕੀਲ ਬਣਿਆ, ਡਿਗਰੀ ਲਿਆਂਦੀ। ਉਹ ਕਹਿੰਦੇ ਪੁੱਤ ਇਹ ਡਿਗਰੀ ਨੂੰ ਹੀ ਕੀ ਕਰੀਏ, ਕੌਮ ਲਈ ਕੰਮ ਕਰ। ਇਹਨੇ ਕਿਹਾ ਮੈਨੂੰ ਪੰਜਾਬੀ ਨਹੀਂ ਆਉਂਦੀ, ਕੀ ਕਰਾਂ। ਉਹ ਕਹਿੰਦੇ ਸਿੱਖ ਹਿਸਟਰੀ ਪੜ੍ਹ। ਸਿੱਖ ਹਿਸਟਰੀ ਪੜ੍ਹ ਕੇ ਗੁਰੂ ਪਿਆਰਿਓ ਤੁਹਾਡੇ ਵਿੱਚ ਬੈਠਾ ਨੌਜਵਾਨ ਜਿਹਨੇ ਕਿ ਆਪਣਾ ਸਾਰਾ ਪੈਸਾ ਝੋਕਤਾ, ਸਿੱਖ ਚੈਨਲ ਖੋਲ੍ਹਤਾ, ਔਰ ਪਿੰਡਰਾਣੇ ਦੀ ਜਿਹੜੀ ਸੋਚ ਸੀ ਉਹ 'ਤੇ ਫੁੱਲ ਚੜਾਏ ਗੁਰੂ ਪਿਆਰਿਓ। ਇੱਕ ਛੋਟੀ ਜਿਹੀ ਗੱਲ ਨਹੀਂ। ਸੋ ਜਦੋਂ ਯੂਬਾ ਸਿਟੀ ਨਗਰ ਕੀਰਤਨ ਕੀਤਾ, ਸੰਗਤਾਂ ਨੇ ਸਾਨੂੰ ਕਿਹਾ ਕਿ ਅਸੀਂ ਉਹ ਨੌਜਵਾਨ ਨੂੰ ਮਿਲਣਾ ਚਾਹੁੰਦੇ ਹਾਂ ਜਿਹਨੇ ਏਡਾ ਵੱਡਾ ਕੰਮ ਕੀਤਾ। ਔਰ ਇਹ ਕੰਮਾਂ 'ਚ ਇੰਨੇ ਬਿਜੀ, ਇਹਨਾਂ ਨੂੰ ਬੇਨਤੀ ਕੀਤੀ ਤੇ ਪਰਸੋਂ ਹੀ ਆ ਗਏ ਗੁਰੂ ਪਿਆਰਿਓ। ਇੰਨਾ ਸਤਿਕਾਰ ਕਰਦੇ ਆ ਸੰਗਤਾਂ ਦਾ ਬਹੁਤ ਜ਼ਿਆਦਾ। ਔਰ ਜਿੰਨਾ ਵੀ ਕੋਈ ਸੰਗਤਾਂ ਪੈਸਾ ਦਿੰਦੀਆਂ, ਜਿੱਦਾਂ ਮੈਂ ਨੇਪਾਲ ਦੀ ਗੱਲ ਕਰਦਾ ਹਾਂ, ਦਾਸ ਉੱਥੇ ਗਿਆ 200 ਸਾਲ ਹੋ ਗਿਆ, ਨਾ ਉੱਥੇ ਕੋਈ ਕਥਾਕਾਰ, ਨਾ ਕੋਈ ਕੀਰਤਨ, ਨਾ ਕੋਈ ਰਾਗੀ, ਨਾ ਢਾਡੀ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਕੋਈ ਨਹੀਂ ਪਹੁੰਚਿਆ। ਔਰ ਉੱਥੇ ਦੇ ਸਿੱਖ ਇੰਨੇ ਪੱਕੇ ਕਿ ਛੋਟੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨੇ ਕੇਸ ਨਹੀਂ ਕਤਲ ਕਰਾਏ। ਮੈਂ ਉਹਨਾਂ ਦੀ ਡਾਕੂਮੈਂਟਰੀ ਬਣਾਈ ਗਾੜੀ, ਮੈਂ ਕਿਹਾ ਕਿ ਕਿੱਦਾਂ ਤੁਹਾਡੇ ਕੋਲ ਕਦੀ ਆਇਆ ਨਹੀਂ। ਉਹ ਕਹਿੰਦੇ ਆ ਜਗਤਾਰ ਸਿੰਘ ਜੀ ਸਾਡੇ ਵੱਡ ਵਡੇਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਭਰਤੀ ਸੀ, ਉਹਨਾਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਲਾ ਕੇ ਸੋਨੇ ਦੀ ਸੇਵਾ ਕਰਾਈ, ਹਜੂਰ ਸਾਹਿਬ ਕਰਾਈ ਤਖਤ 'ਤੇ, ਤਖਤ ਸ੍ਰੀ ਪਟਨਾ ਸਾਹਿਬ ਕਰਾਈ। ਉਹ ਸਾਨੂੰ ਗੱਲਾਂ ਦੱਸਦੇ ਰਹੇ ਆ, ਪੁੱਤ ਮਰਨੀ ਮਰ ਜੋ, ਕੇਸਾਂ ਦੀ ਬੇਅਦਬੀ ਨਾ ਕਰਾਇਓ। ਅਸੀਂ ਉਹ ਸਿੱਖਿਆ, ਪਰ ਸਾਨੂੰ ਆਂਦੇ ਦੁੱਖ ਆ ਸਾਡੇ ਕੋਲ ਕੋਈ ਪ੍ਰਚਾਰਕ ਨਹੀਂ ਪਹੁੰਚਿਆ, ਸਾਡੇ ਕੋਲ ਕੋਈ ਸ਼੍ਰੋਮਣੀ ਕਮੇਟੀ ਨਹੀਂ ਪਹੁੰਚੀ। ਔਰ ਦਾਸ ਉੱਥੇ ਗਿਆ, ਪਿੰਡ ਲੱਭੇ, ਘਰ ਲੱਭੇ, 40 ਘਰਾਂ ਦੀ ਇਕੱਲੇ ਇਕੱਲੇ ਡਾਕੂਮੈਂਟਰੀ ਬਣਾਈ। ਜਿੱਥੇ ਮੈਂ ਹੱਥ ਲਾਉਣਾ ਹਾਂ ਗੁਰੂ ਪਿਆਰਿਓ, ਤੁਹਾਨੂੰ ਇਹ 20 ਵਾਰੀ ਦਿਖਾ ਲਿਆ ਟੈਲੀਵਿਜ਼ਨ, ਜਿੱਥੇ ਮੈਂ ਹੱਥ ਲਾਉਣਾ ਖਬਰਾਂ ਨਾਲ ਡਿੱਗਦੀਆਂ ਦਿਖਾ ਲਈਆਂ। ਮੈਂ ਫੋਨ ਕੀਤਾ ਇਹ ਨੌਜਵਾਨ ਨੂੰ, ਕਿੱਦਾਂ ਕਰੀਏ। ਇਹ ਕਹਿੰਦੇ ਸੰਗਤਾਂ ਤੂੰ ਜਾ ਕੇ ਅਪੀਲ ਕਰੀ, ਜਦੋਂ ਪੈਸੇ ਦੇਣਗੀਆਂ ਤੇ ਆਪਾਂ ਘਰ ਬਣਾ ਦਾਂਗੇ। ਮੈਂ ਉਹਨਾਂ ਨੂੰ ਕਿਹਾ ਮੀਟਿੰਗ ਕੀਤੀ, ਤੁਹਾਡੇ ਘਰ ਬਣਾ ਦਾਂਗੇ। ਉਹ ਕਹਿੰਦੇ ਨਹੀਂ ਸਾਨੂੰ ਘਰ ਨਹੀਂ ਚਾਹੀਦੇ। ਮੈਂ ਕਿਹਾ ਕੀ ਚਾਹੀਦਾ, ਮੈਂ ਹੈਰਾਨ ਹੋ ਗਿਆ। ਉਹ ਕਹਿੰਦੇ ਜੇ ਸਾਡੇ 'ਤੇ ਕਿਰਪਾ ਕਰਨੀ ਹੈ ਸਾਡਾ ਗੁਰੂ ਘਰ ਬਣਾ ਦਿਓ। ਸਾਡੇ ਵੱਡ ਵਡੇਰੇ ਕਹਿੰਦੇ ਸੀ ਵੀ ਅਰਦਾਸਾਂ ਕਰੀ ਚੱਲਿਓ, ਇੱਕ ਦਿਨ ਗੁਰੂ ਨਾਨਕ ਕਿਰਪਾ ਕਰੂਗਾ ਇੱਥੇ ਗੁਰਦੁਆਰਾ ਬਣੂਗਾ। ਉਹ ਕਹਿੰਦੇ ਅਸੀਂ ਉੱਦਾਂ ਛਿੱਟੀ ਜੀ ਗੱਡ ਲਈ, ਸਾਡੇ ਵੱਡ ਵਡੇਰੇ ਨੇ ਜਿਹੜੀ ਛਿੱਟੀ ਜੀ ਗੱਡੀ ਉੱਥੇ ਆਣ ਕੇ ਅਸੀਂ ਉੱਦਾਂ ਹੀ ਦੂਰੋਂ ਲੰਘਦੇ ਮੱਥਾ ਟੇਕ ਦਿੰਦੇ ਹਾਂ। ਆਪਣੀ ਵੱਲੋਂ ਅਸੀਂ ਨਿਸ਼ਾਨ ਸਾਹਿਬ ਬਣਾਇਆ ਡੰਡੇ ਦਾ, ਅਸੀਂ ਉਹਨਾਂ 'ਤੇ ਭਰੋਸਾ ਰੱਖਿਆ। ਨੇਚਾ ਗੁਰੂ ਪਿਆਰਿਓ ਆਪਾਂ ਸੁਣਦੇ ਹਾਂ ਵੀ ਧੰਨੇ ਭਗਤ ਨੇ ਰੱਬ ਪਾ ਲਿਆ, ਪ੍ਰਹਲਾਦ ਜੀ ਨੇ ਪਾ ਲਿਆ। ਗੱਲ ਨੇਚਾ ਦੀ ਆ। ਕਿਹਨੇ ਕਿਹਾ ਨੇਚਾ ਨਾਲ ਇਨਸਾਨ ਜੋ ਰਵੇ ਲੱਗਾ, ਉਹ ਕਿਹੜਾ ਕੰਮ ਜੋ ਉਹਦਾ ਨਾ ਹੋਵੇ। ਲੋਕੀ ਆਂਦੇ ਆ ਰੱਬ ਨਹੀਂ ਨਜ਼ਰ ਆਉਂਦਾ, ਜਿੱਥੇ ਯਾਦ ਕਰੀਏ ਉਸੇ ਥਾਂ ਹੋਵੇ। ਨਾਲ ਭਗਤਾਂ ਦੇ ਕਰੇ ਪ੍ਰੇਮ ਇੱਦਾਂ ਜਿੱਦਾਂ ਬੱਚੇ ਦੇ ਨਾਲ ਮਾਂ ਹੋਵੇ। ਪਾਣੀ ਪਾਈਏ ਜਿਸ ਰੂਹ ਨੂੰ ਸਾਧ ਸੰਗਤੇ ਭਲਾ ਠੱਡੀ ਕਿਉਂ ਨਾ ਉਹਦੀ ਛਾਂ ਹੋਵੇ। ਉਹਨਾਂ ਨੇਚਾ ਰੱਖੀ। ਮੈਂ ਵੱਖੋ ਵੱਖਰੀਆਂ ਸਟੇਜਾਂ 'ਤੇ ਗਿਆ, ਚਾਹੇ ਉਹ ਕੈਨੇਡਾ ਦੀ ਹੀ, ਸਰੀ ਦੀ, ਵੈਨਕੂਵਰ ਦੀ, ਚਾਹੇ ਉਹ ਦੁਨੀਆ ਦੀਆਂ ਸਟੇਜਾਂ 'ਤੇ। ਮੈਂ ਜਾ ਕੇ ਸੱਚ ਦੱਸਿਆ, ਸੰਗਤਾਂ ਨੇ ਪੈਸੇ ਦਿੱਤੇ। ਤੇ ਗੁਰੂ ਪਿਆਰੇ ਉੱਥੇ 25 ਫਰਵਰੀ ਨੂੰ, ਇਸੇ 25 ਫਰਵਰੀ ਨੂੰ ਇਸੇ ਸਾਲ ਦੀ ਨੂੰ ਗੁਰਦੁਆਰਾ ਬਣਾ ਕੇ ਲਾਈਵ ਅਖੰਡ ਪਾਠ ਸਾਹਿਬ ਕਰਾਇਆ। 2 ਮਹਾਰਾਜ ਦੇ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਿਆਂਦੇ 86 ਘੰਟਿਆਂ ਬਾਅਦ ਲਾਈਵ ਟੈਲੀਵਿਜ਼ਨ ਦੇ ਵਿੱਚ ਦਿਖਾਉਂਦੇ ਰਹੇ। ਤੇ ਜਦੋਂ ਮੈਂ ਉੱਥੇ ਸੀਗਾ, ਨੇਪਾਲ ਦੇ ਬਾਰਡਰ, ਇੰਡੀਆ ਦੇ ਬਾਰਡਰ 'ਤੇ ਆਏ, ਬੈਂਡ ਬਾਜਿਆਂ ਨਾਲ ਜਿਹੜਾ ਸਤਿਕਾਰ ਕੀਤਾ। ਉਹ ਲੋਕ ਗਲ ਨਾਲ ਲੱਗ ਲੱਗ ਰੋਂਦੇ, ਖੁਸ਼ੀ ਨਾਲ ਦੇ। ਸਾਨੂੰ ਯਕੀਨ ਨਹੀਂ ਆ ਰਿਹਾ ਸੱਚ ਆ ਕਿ ਅਸੀਂ ਸੁਪਨਾ ਵੇਖ ਰਹੇ ਹਾਂ। ਨਿਸ਼ਾਨ ਸਾਹਿਬ ਜਿਹਨੂੰ ਮੱਥਾ ਟੇਕਦੇ ਡੰਡੇ ਨੂੰ 75 ਫੁੱਟ ਉੱਚਾ ਉੱਥੇ ਨਿਸ਼ਾਨ ਸਾਹਿਬ ਝੂਰ ਰਿਹਾ ਹੈ। ਹੁਣ 6 ਮਹੀਨੇ ਹੋ ਜਾਂਦੇ ਆ। ਗੁੰਮਟ ਬਣਾਉਣਾ ਵਾ, ਪਾਰਾੜੀ ਉੱਪਰਲੀ ਬਿਲਡਿੰਗ, ਇਹ 'ਤੇ ਵੀ ਇੱਕ ਹੋਰ ਬਿਲਡਿੰਗ ਬਣਾ ਦਿਓ, ਫਿਰ ਗੁੰਮਟ ਬਣਾਉਣਾ। ਸੇਵਾ ਚੱਲ ਰਹੀ ਆ ਗੁਰੂ ਪਿਆਰੋ। ਮੇਰਾ ਕੰਮ ਹੈ ਦੱਸਣਾ। ਜੇ ਕਿਸੇ ਨੇ ਤਿਲ ਫੁੱਲ ਦੇਣਾ ਜ਼ਰੂਰ ਦੇਵੇ, ਜਿੱਥੇ ਤਿਲ ਫੁੱਲ ਦਿੰਦੇ। ਜੇ ਪਹਿਲਾਂ ਦਾਸ ਨੇ ਬੜੀਆਂ ਮੁਸ਼ਕਲਾਂ, ਜਦੋਂ ਮੈਂ ਹੁਣ ਬੋਲ ਕੇ ਹਟਦਾ, ਮੇਰੀ ਜੇਬ ਦੇ ਵਿੱਚ ਕਮੇਟੀਆਂ ਪੈਸੇ ਪਾ ਦਿੰਦੀਆਂ। ਮੈਂ ਕਿਹਾ ਨਹੀਂ, ਪਹਿਲਾਂ ਪੈਸੇ ਗਿਣੋ, ਸਟੇਜ 'ਤੇ ਦੱਸੋ, ਫਿਰ ਦਾਸ ਨੂੰ ਦਿਓ, ਫਿਰ ਰਸੀਦ ਕੱਟੂਗਾ। ਜਿੱਥੇ ਅਸੀਂ ਪੈਸਾ ਲੈਂਦੇ ਹਾਂ
ਗੁਰੂ ਪਿਆਰਿਓ ਰਸੀਦ ਕੱਟ ਕੇ ਦਿੰਦੇ ਜਿੱਥੇ ਲਾਉਂਦੇ ਆ ਸਿੱਖ ਚੈਨਲ ਦੇ ਜਿੱਦਾਂ 2 ਕੈਮਰੇ ਲੱਗੇ ਤੁਸੀਂ ਆਖਣਾ ਅਸੀਂ ਦਿਖਾਲਦੇ ਆ ਕਿ ਨੇਪਾਲ ਦੇ ਵਿੱਚ ਗੁਰਦੁਆਰਾ ਬਣਿਆ ਇੰਨੀ ਮਾਇਆ ਦਿੱਤੀ ਆ। ਸੋ ਗੁਰੂ ਪਿਆਰਿਓ ਬੜੇ ਪ੍ਰੋਜੈਕਟ ਚੱਲ ਰਹੇ ਆ ਔਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ 150 ਬੱਚਾ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਦੇ ਵਿੱਚ ਜਿਨ੍ਹਾਂ ਦਾ ਜ਼ਿੰਦਗੀ 'ਚ ਕਦੀ ਖੂਨ ਨਹੀਂ ਬਣ ਸਕਦਾ, ਅਸੀਂ ਉਹਨਾਂ ਨੂੰ ਪੜ੍ਹਾਉਣੇ ਵੀ ਆ, ਉਹਨਾਂ ਦਾ ਖੂਨ ਵੀ ਚੜਾਉਂਦੇ ਆ। ਜਦੋਂ ਦੱਸ ਜਾਂਦਾ ਹਰ ਇੱਕ ਨੂੰ ਲੱਖ 50,000 ਦਿੰਦਾ ਕਿੱਥੋਂ ਜਿਹੜੇ ਤੁਹਾਂ ਦੇਣੇ ਆ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਮੈਂ 1 ਮਿੰਟ ਵਾਸਤੇ ਸਰਦਾਰ ਦਵਿੰਦਰ ਸਿੰਘ ਬੱਲ ਨੂੰ ਕਹੂੰਗਾ ਕਿ ਉਹ ਆਏ ਆ ਸਿਰਫ ਫਤਿਹ ਸਾਂਝੀ ਕਰ ਲੈਣ, ਹੋਰ ਟਾਈਮ ਨਹੀਂ ਹੈਗਾ, ਟਾਈਮ 10 ਅੱਗੇ ਜ਼ਿਆਦਾ ਲੱਗ ਗਿਆ। ਜੇ ਭਾਈ ਸਾਹਿਬ ਦੀ ਇਜਾਜ਼ਤ ਹੋਵੇ ਤੇ ਸਿਰਫ ਇੱਕ ਫਤਿਹ ਬੁਲਾਉਣੀ ਆ। ਔਰ ਇਹ ਤੁਹਾਡੇ ਲਈ ਮਾਣ ਵਾਲੀ ਗੱਲ ਹੈ ਕਿ ਇੰਗਲੈਂਡ 'ਚ ਬੱਚੇ ਨੇ ਜੰਪ ਪੜ੍ਹ ਕੇ ਉੱਥੇ ਸਟੱਡੀ ਕਰਕੇ ਇੱਕ ਸਿੱਖ ਚੈਨਲ ਚਲਾਤਾ ਗੁਰੂ ਪਿਆਰਿਓ, ਤੇ ਅੱਜ ਸਾਡੇ ਨਾਲ ਜਿੱਥੇ ਅੱਗ ਲੱਗੀ ਉਹਨਾਂ ਜੰਗਲਾਂ 'ਚ ਵੀ ਰਾਤ ਬਰਾਤੇ ਤੁਰਿਆ ਫਿਰਦਾ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਿਰ ਬੇਨਤੀ ਕਰਦਾ ਕਿ ਇਹਨੇ ਕੋਈ ਮਾਇਆ ਦੇਣੀ ਹੋਵੇ ਤੇ ਜ਼ਰੂਰ ਰਸੀਦ ਕਟਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ, ਸਾਰੇ ਸਿੱਖ ਚੈਨਲ ਟੀਮ ਦਾ, ਜਿਹੜੇ ਦਿਨ ਰਾਤ ਕੰਮ ਕਰਕੇ 10 ਸਾਲ ਸਿੱਖ ਚੈਨਲ ਪਹੁੰਚਿਆ। 2009 ਦੇ ਵਿੱਚ ਅਸੀਂ ਚੈਨਲ ਸ਼ੁਰੂ ਕੀਤਾ ਸੀ, ਹੁਣ 2019 ਦੇ ਵਿੱਚ ਸਾਰੇ 10 ਸਾਲ ਸੈਲੀਬ੍ਰੇਸ਼ਨ ਹੈਗੀ। ਇਹ 10 ਸਾਲ ਹੈਗੇ ਸਿੱਖ ਚੈਨਲ ਦੇ। ਆਲਸੋ ਵੈਰੀ ਇੰਪੋਰਟੈਂਟ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ, 550 ਸਾਲ 550 years ਗੁਰਪੁਰਬ ਗੁਰੂ ਨਾਨਕ ਦੇਵ ਜੀ ਦੇ ਆਉਣੇ ਨੈਕਸਟ ਈਅਰ। ਅਸੀਂ 2 ਹੀ ਸੈਲੀਬ੍ਰੇਸ਼ਨ ਦੀ ਰੈਕਗਨੀਸ਼ਨ ਵਿੱਚ ਸਹਿਜ ਪਾਠ ਖੋਲ੍ਹਿਆ। ਜਗਤਾਰ ਸਿੰਘ ਤੁਹਾਨੂੰ ਦੱਸਿਆ ਵੈਰੀ ਬਰੀਫਲੀ ਸਹਿਜ ਪਾਠ ਏਕਤਾ ਵਾਸਤੇ। ਇੱਕ ਤਾਂ ਪਹਿਲਾਂ ਆਪਣੀ ਫੈਮਿਲੀ 'ਚ ਲੈ ਕੇ ਆਉਣੀ। ਸਾਰੇ ਘਰਾਂ 'ਚ ਪ੍ਰੋਬਲਮਾਂ ਹੈਗੀਆਂ, ਮੈਂਟਲ ਹੈਲਥ ਇਸ਼ੂਜ਼, ਰਿਲੇਸ਼ਨਸ਼ਿਪ ਇਸ਼ੂਜ਼। ਏਕਤਾ ਬਣਾਉਣ ਲਈ ਸਹਿਜ ਪਾਠ ਦੇ ਨਾਲ ਆਲਸੋ ਏਕਤਾ ਬਣਾਉਣੀ ਕਮਿਊਨਿਟੀ ਦੇ ਵਿੱਚ। ਸਾਨੂੰ ਇੰਗਲੈਂਡ ਵਿੱਚ ਰਿਪੋਰਟਾਂ ਆਈਆਂ ਸੀ ਵੀ ਇੱਥੇ ਕੈਲੀਫੋਰਨੀਆ ਗੁਰਦੁਆਰੇ 'ਚ ਕਾਫੀ ਟਰਬਲ ਹੋਈ ਸੀ, ਪ੍ਰਚਾਰਕ ਆਏ ਸੀ। ਇੱਦਾਂ ਹੋਣਾ ਨਹੀਂ ਚਾਹੀਦਾ। ਏਕਤਾ ਕਮਿਊਨਿਟੀ 'ਚ ਵੀ ਹੋਣੀ ਚਾਹੀਦੀ ਆ। ਇਹ ਤਾਂ ਗੁਰਦੁਆਰਿਆਂ 'ਚ ਰੋਲੇ ਨਹੀਂ ਹੋਣੇ ਚਾਹੀਦੇ। ਆਲਸੋ ਏਕਤਾ ਸਾਰੀ ਦੁਨੀਆ ਵਿੱਚ, ਏਕਤਾ ਬਿਟਵੀਨ ਕਮਿਊਨਿਟੀਜ਼, ਸਾਰੇ ਸੰਸਾਰ ਦੇ ਵਿੱਚ ਸਰਬੱਤ ਭਲੇ ਲਈ। ਇਸ ਕਰਕੇ ਏਕਤਾ ਸਹਿਜ ਪਾਠ ਅਸੀਂ ਆਰੰਭਿਆ। ਅਸੀਂ ਚਾਹੁੰਦੇ ਹੁਣ ਸਿੱਖਿਆ ਨੂੰ 10 ਸਾਲ ਹੋ ਗਏ ਚੱਲਦਿਆਂ ਨੂੰ। ਅਸੀਂ ਇੰਗਲੈਂਡ ਤੋਂ ਕਾਫੀ ਮਿਹਨਤ ਕਰਕੇ working day and night. We've put a lot of time and effort. I made a lot of sacrifices, both personal and with our own occupations and business, to make Sikh Channel successful. ਅਸੀਂ ਚਾਹੁੰਦੇ ਹੁਣ ਅਗਲੇ 10 ਸਾਲ ਤੁਸੀਂ ਇੱਥੋਂ ਅਮਰੀਕਾ ਤੋਂ ਚਲਾਉਣਾ, ਕੈਲੀਫੋਰਨੀਆ ਤੋਂ। ਸਾਡੀ ਕਾਫੀ ਵਧੀਆ ਮੀਟਿੰਗ ਹੋਈਆਂ ਸਨ ਹਜ਼ਈ ਗੁਰਦੁਆਰੇ ਸਾਹਿਬ, ਯੂਬਾ ਸਿਟੀ ਗੁਰਦੁਆਰਾ ਸਾਹਿਬ, ਐਂਡ ਹੋਰ ਵੀ ਸ਼ਹਿਰਾਂ ਦੇ ਵਿੱਚ ਤੁਹਾਡੇ ਕੋਲ ਅਸੀਂ ਆਏ ਹਾਂ ਵੀ ਗਾਹਾਂ 10 ਸਾਲ ਤੁਸੀਂ ਕਿਸ ਤਰ੍ਹਾਂ ਸਿੱਖ ਚੈਨਲ ਨੂੰ ਚਲਾਉਣਾ। ਇਹਨੂੰ ਅਸੀਂ also we call the Sikh channel the People's Channel. ਅਸੀਂ ਹੈਗੇ ਤੁਹਾਡੇ ਨੁਮਾਇੰਦਰ, and we are caretakers effectively, and we want the people to take part, the Sangha to take part, and we'd like the Sikhs of California to get involved in the next 10 years of Sikh channel. Thank you very much. Waheguru Ji Ka Khalsa, Waheguru Ji Ki Fateh.